ओके, गुड मॉर्निंग स्टूडेंट्स। ਅੱਜ ਆਪਾਂ ਟੌਪਿਕ ਕਰ ਰਹੇ ਹਾਂ ਆਪਣਾ ਨੈਕਸਟ। ਠੀਕ ਹੈ, ਆਪਾਂ ਗੁੱਡਵਿਲ ਕਰ ਲਈ ਸੀਗੀ, ਗੁੱਡਵਿਲ ਦੋਨੋਂ ਕਰ ਲਈਆਂ ਸੀਗੀਆਂ, ਬੈਲੈਂਸ ਸ਼ੀਟ ਵਾਲੀ ਗੁੱਡਵਿਲ ਦੀ ਵੀ ਟ੍ਰੀਟਮੈਂਟ ਕਰ ਲਈ ਸੀਗੀ ਐਂਡ ਆਪਾਂ ਐਡਜਸਟਮੈਂਟ ਵਾਲੀ ਗੁੱਡਵਿਲ ਦੀ ਵੀ ਟ੍ਰੀਟਮੈਂਟ ਆਪਾਂ ਕਰ ਲਈ ਸੀ, ਸਿੱਖ ਲਈ ਸੀ। ਕਹਿਣ ਦਾ ਮਤਲਬ ਕਿਵੇਂ ਕਰਨੀ ਉਹ ਵੀ ਆਪਾਂ ਨੂੰ ਪਤਾ ਲੱਗ ਚੁੱਕਿਆ। ਅੱਜ ਆਪਾਂ ਕੀ ਸ਼ੁਰੂ ਕਰਨ ਜਾ ਰਹੇ ਹਾਂ ਬੇਟੇ? ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਆਪਣਾ ਨੈਕਸਟ ਟੌਪਿਕ, that is treatment of reserve and surplus. Treatment of reserve and surplus. ठीक है, ट्रीटमेंट ऑफ रिजर्व एंड सरप्लस कर रहे हैं ਆਪਾਂ। एक्चुअली रिजर्व ਤੇ ਸਰਪਲਸ ਦੀ ਟ੍ਰੀਟਮੈਂਟ ਨਾ ਸਾਰੇ ਚੈਪਟਰ ਦੇ ਵਿੱਚ ਸੇਮ ਹੀ ਹੈ। ਸਾਰੇ ਚੈਪਟਰਸ ਮਤਲਬ ਚੇਂਜਿੰਗ ਪ੍ਰੋਫੈਸ਼ਨ ਰੇਸ਼ੋ ਜਿਹੜਾ ਚੱਲ ਰਿਹਾ, ਐਡਮਿਸ਼ਨ, ਰਿਟਾਇਰਮੈਂਟ, ਠੀਕ ਹੈ, ਡੈਥ, ਆ ਸਾਰੇ ਚੈਪਟਰ ਦੇ ਵਿੱਚ ਇਹਨਾਂ ਦੀ ਟ੍ਰੀਟਮੈਂਟ ਸੇਮ ਹੀ ਹੈ ਬੇਟੇ। ਸੇਮ ਕੀ ਹੈ ਮੈਂ ਦੱਸ ਦਿੰਦਾ। ਫॉर एग्जांपल ਪਹਿਲੀ ਗੱਲ ਤੇ ਇਹ ਹੈ ਕਿ ਸਰ ਜਿਹੜੇ ਰਿਜ਼ਰਵ ਹੈ ਇਹ ਕਿੱਥੇ ਸ਼ੋ ਹੋਣਗੇ ਬੇਟੇ? ਆਲਵੇਜ਼ ਅਪੀਅਰ ਇਨ ਦਾ ਬੈਲੈਂਸ ਸ਼ੀਟ। ਜਿੰਨੇ ਵੀ ਰਿਜ਼ਰਵ ਹੈ, ਜਿੰਨੇ ਵੀ ਸਰਪਲਸ ਹੈ, ਸਾਰੇ ਕਿੱਥੇ ਅਪੀਅਰ ਕਰਦੇ ਆ? बैलेंस शीट ਦੇ ਵਿੱਚ ਅਪੀਅਰ ਕਰਦੇ ਹੋ। ਹੁਣ ਸਭ ਤੋਂ ਪਹਿਲਾਂ ਕਿ ਸਰ बैलेंस शीट ਦੇ ਵਿੱਚ ਕਿਹੜੇ ਕਿਹੜੇ ਰਿਜ਼ਰਵਸ ਹੁੰਦੇ ਆ? दिस इज योर बैलेंस शीट। ठीक है, मैं रिजर्व ਦੇ ਨਾਮ ਲਿਖ ਰਿਹਾ ਐਂਡ ਮੈਂ ਦੱਸ ਦੂੰ ਵੀ ਕਿੱਧਰਲੀ ਸਾਈਡ ਅਪੀਅਰ ਕਰਦੇ। दिस इज योर लायबिलिटी साइड एंड दिस इज योर एसेट साइड। बेटे लायबिलिटी साइड ਤੇ ਰਿਜ਼ਰਵ ਜਿਹੜੇ ਆਉਂਦੇ दैट इज ਪਹਿਲਾ इज जनरल रिजर्व, सेकंड इज कैपिटल रिजर्व, थर्ड इज वर्कमैन कंपनसेशन रिजर्व, फोर्थ इज इन्वेस्टमेंट फ्लक्चुएशन रिजर्व, फिफ्थ इज कंटिजेंसी रिजर्व, बस आ है रिजर्व्स। बेटे सरप्लस भी होंगे है। सरप्लस केड़े केड़े है? पहला इज प्रॉफिट एंड लॉस, ठीक है, एंड इधरली साइड आंदा बेटे प्रॉफिट एंड लॉस दा डेबिट बैलेंस, प्रॉफिट एंड लॉस दा डेबिट बैलेंस। दूसरे नंबर पे आंदा बेटे एडवर्टाइजमेंट सस्पेंस, एडवर्टाइजमेंट सस्पेंस। नंबर 3 आंदा बेटे थोड़ा डेफर्ड रेवेन्यू एक्सपेंडिचर, ठीक है। These are the reserve and surplus ਜਿਹੜੇ ਸਾਡੇ ਆ ਚੈਪਟਰ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਣਗੇ, ਠੀਕ ਹੈ। ठीक है, ओके। ਹੁਣ बेटे ਕੀ ਕਹਿ ਕੇ ਰਿਜ਼ਰਵਸ ਨੂੰ ਮੈਂ ਦੱਸਦਾ ਕਿ ਇਹਨਾਂ ਦੀ ਕੀ ਟ੍ਰੀਟਮੈਂਟ ਹੈ, ਠੀਕ ਹੈ, ਧਿਆਨ ਨਾਲ ਦੇਖ ਲਿਓ। ਓਕੇ बेटे ਜਿਹੜੇ ਜਿਹੜੇ ਰਿਜ਼ਰਵਸ ਇੱਧਰ ਮੈਂ ਲਿਖੇ ਆ ਇਹਨਾਂ ਵਿੱਚੋਂ ਕਈ ਰਿਜ਼ਰਵ ਦੀ ਸੇਮ ਟ੍ਰੀਟਮੈਂਟ ਹੈ, ਕਈਆਂ ਦੀ ਡਿਫਰ ਹੈ। ਹੁਣ ਕਿਹੜੇ ਕਿਹੜੇ ਰਿਜ਼ਰਵ ਦੀ ਸੇਮ ਟ੍ਰੀਟਮੈਂਟ ਹੈ ਮੈਂ ਸ਼ਾਰਟ ਚ ਸਮਝਾਉਂਗਾ, ਈਜ਼ੀਲੀ ਸਮਝ ਲੱਗ ਜਾਊਗਾ। ਆ ਰਿਜ਼ਰਵ 2 3 4, 1 2 3 4 बेटे चार रिजर्व ਦੀ ਸੇਮ ਟ੍ਰੀਟਮੈਂਟ ਹੈ। ਕਿਹੜੇ ਕਿਹੜੇ ਰਿਜ਼ਰਵ ਦੀ ਟ੍ਰੀਟਮੈਂਟ ਸੇਮ ਦੱਸ ਰਿਹਾ ਮੈਂ? ਪਹਿਲਾ ਇਸ ਜਨਰਲ ਰਿਜ਼ਰਵ, ਦੂਜਾ ਇਸ ਕੈਪੀਟਲ ਰਿਜ਼ਰਵ, थर्ड इज कंटीजेंसी रिजर्व, फोर्थ इज प्रॉफिट एंड लॉस। बेटे ਜਿਹੜੇ ਚਾਰੇ ਇਹ ਰਿਜ਼ਰਵ ਐਂਡ ਸਰਪਲਸ ਹੈ ਇਹਨਾਂ ਦੀ ਸੇਮ ਟ੍ਰੀਟਮੈਂਟ ਹੈ। ਟ੍ਰੀਟਮੈਂਟ ਕੀ ਹੈ ਮੈਂ ਦੱਸ ਦਿੰਦਾ। ਜਿਹੜੇ ਇਧਰਲੀ ਲਾਇਬਿਲਿਟੀ ਸਾਈਡ ਵਾਲੇ ਰਿਜ਼ਰਵਸ ਹੈ बेटे ਇਹਨਾਂ ਨੂੰ ਕੀ ਕਰਨਾ ਆਪਾਂ? ਡੈਬਿਟ ਕਰਨਾ। ਹੁਣ ਆ ਚਾਰੇ ਰਿਜ਼ਰਵ ਫॉर एग्जांपल ਜਨਰਲ ਰਿਜ਼ਰਵ ਹੋਇਆ ਤਾਂ ਜਨਰਲ ਰਿਜ਼ਰਵ ਅਕਾਊਂਟ ਡੈਬਿਟ ਕਰ ਦਾਂਗੇ, कैपिटल रिजर्व होया तो कैपिटल रिजर्व अकाउंट डेबिट कर देंगे, कंटीजेंसी रिजर्व होया तो कंटीजेंसी रिजर्व अकाउंट डेबिट कर देंगे, P&L होया तो बेटे प्रॉफिट एंड लॉस अकाउंट डेबिट कर देंगे। ओके ते क्रेडिट किनू करांगे बेटे इस केस दे विच? क्रेडिट करांगे आपां बेटे ओल्ड पार्टनर्स ओल्ड रेशियो नूं। किन्हां नूं क्रेडिट करांगे? ओल्ड पार्टनर्स ओल्ड रेशियो। किहड़े किहड़े ओल्ड पार्टनर्स है सर? पता नहीं, फिलहाल तो क्वेश्चन पता नहीं। मान लो कि एक ना पर रफ जिहा क्वेश्चन ले लैंदे आ कि A एंड B दो पार्टनर सीगे, पुरानी रेशियो सी इन्हां 2:1, न्यू हो गई इन्हां दी 3:2। सो पुराने पार्टनर्स कौन है सर? पुराने पार्टनर्स भी आही है, नवे पार्टनर्स भी आई है, बट पुरानी रेशियो सी 2:1। पुराने पार्टनर्स केड़े केड़े बेटे? A टू A's कैपिटल अकाउंट टू B's कैपिटल अकाउंट,
ਪੁਰਾਣੇ ਪਾਰਟਨਰਸ ਦੇ ਨੇਮ ਲਿਖ ਦਾਂਗੇ ਐਂਡ ਹੁਣ ਜਿਹੜੀ ਅਮਾਉਂਟ ਹੋਗੀ ਬੇਟੇ ਉਹਨੂੰ ਡਿਵਾਈਡ ਕਿਹੜੀ ਰੇਸ਼ੀਓ 'ਚ ਕਰਾਂਗੇ 2:1 ਬਿਕੋਜ਼ 올ਡ ਰੇਸ਼ੀਓ ਦੇ ਵਿੱਚ ਡਿਵਾਈਡ ਕਰਨਾ ਜਿੰਨੇ ਵੀ ਰਿਜ਼ਰਵ ਹੈ ਜਿੰਨੇ ਵੀ ਸਰਪਲਸ ਹੈ ਇਹ ਕਾਹਦੇ 'ਚ ਡਿਵਾਈਡ ਹੋਣਗੇ ਸਰ 올ਡ ਪਾਰਟਨਰਸ ਦੇ ਵਿੱਚ ਡਿਵਾਈਡ ਹੋਣਗੇ ਕਿਹੜੀ ਰੇਸ਼ੀਓ 'ਚ ਹੋਣਗੇ ਸਰ 올ਡ ਰੇਸ਼ੀਓ 'ਚ ਹੋਣਗੇ ਕਲੀਅਰ ਹੋ ਗਿਆ ਬॉयਜ਼ ਕਨਸੈਪਟ ਕਿਹੜੇ ਕਿਹੜੇ ਚਾਰ ਰਿਜ਼ਰਵ ਦੀ ਸੇਮ ਟ੍ਰੀਟਮੈਂਟ ਮੈਂ ਦੱਸ ਰਿਹਾ ਸਰ ਜਰਨਲ ਕੈਪੀਟਲ ਕੰਟੀਨਜੈਂਸੀ ਐਂਡ P&L ਪ੍ਰੋਫਿਟ ਐਂਡ ਲਾਸ ਠੀਕ ਹੈ ਇਹ ਚਾਰਾਂ ਦੀ ਸੇਮ ਟ੍ਰੀਟਮੈਂਟ ਹੈ ਚਾਰੇ ਟ੍ਰੀਟਮੈਂਟ ਕੀ ਹੈ ਕਿ ਇਹ ਚਾਰੇ ਡੈਬਿਟ ਹੋਣਗੇ ਐਂਡ ਕ੍ਰੈਡਿਟ ਕੀ ਹੋਊਗਾ ਪਾਰਟਨਰਸ ਦੇ ਨੇਮ ਪੁਰਾਣੇ ਪਾਰਟਨਰਸ 올ਡ ਪਾਰਟਨਰਸ ਕਿਹੜੀ ਰੇਸ਼ੀਓ ਦੇ ਵਿੱਚ 올ਡ ਰੇਸ਼ੀਓ ਦੇ ਵਿੱਚ ਵੌਇਸ ਕਲੀਅਰ ਹੈ ਇੱਥੇ ਤੱਕ ਸਕਰੀਨਸ਼ਾਟ ਲੈ ਲਓ ਇਹਦਾ ਐਂਡ ਹੈਂਡ ਰੇਸ ਕਰ ਦਿਓ ਜਿਹਨੂੰ ਨੂੰ ਸਮਝ ਲੱਗ ਗਿਆ ਕਿ ਇਹ ਚਾਰੇ ਰਿਜ਼ਰਵ ਦੀ ਟ੍ਰੀਟਮੈਂਟ ਕੀ ਹੈ ਹਰ ਇੱਕ ਚੈਪਟਰ 'ਚ ਸੇਮ ਟ੍ਰੀਟਮੈਂਟ ਹਰ ਇੱਕ ਚੈਪਟਰ 'ਚ ਸੇਮ ਟ੍ਰੀਟਮੈਂਟ ਹੈ ਕੋਈ ਫਰਕ ਨਹੀਂ ਹੈ ਕਿਸੇ ਚੈਪਟਰ ਦੇ ਵਿੱਚ ਬਸ ਇੰਨੀ ਗੱਲ ਦਾ ਧਿਆਨ ਰੱਖ ਲਿਓ ਕਿ ਸਰ ਆ ਜੇ ਚਾਰ ਰਿਜ਼ਰਵ ਹੈ ਤਾਂ ਚਾਰੇ ਰਿਜ਼ਰਵ ਡੈਬਿਟ ਹੋਣਗੇ ਤੇ ਕ੍ਰੈਡਿਟ ਕਿਹਨੂੰ ਕਰਨਾ ਸਰ 올ਡ ਪਾਰਟਨਰਸ ਨੂੰ ਕਿਹੜੀ ਰੇਸ਼ੀਓ 'ਚ ਕਰਨਾ 올ਡ ਰੇਸ਼ੀਓ ਦਿਲਪ੍ਰੀਤ ਸਮਝ ਲੱਗ ਗਿਆ ਦਿਲਪ੍ਰੀਤ ਜੇ ਕੋਈ ਡਾਊਟ ਹੈ ਬੇਟੇ ਪੁੱਛ ਲਾ ਓਕੇ ਆ ਆਈਫੋਨ ਵਾਲਾ ਕਿਹੜਾ ਹੈਗਾ बेटे जे टॉपिक ਦੇ ਵਿੱਚ ਡਾਊਟ ਹੈ ਤਾਂ ਪੁੱਛ ਲਾ ਜੇ ਕਲੀਅਰ ਹੈ ਤਾਂ ਹੈਂਡ ਰੇਸ ਕਰ ਦੇ ਠੀਕ ਹੈ ਓਕੇ ਸੋ ਆ ਚਾਰਾਂ ਦੀ ਟ੍ਰੀਟਮੈਂਟ ਸਮਝ ਲੱਗ ਗਈ ਸਕਰੀਨਸ਼ਾਟ ਲੈ ਲਿਆ ਉਸ ਤੋਂ ਬਾਅਦ ਨੈਕਸਟ ਸੁਣੋ ਇਧਰੋਂ ਆ ਚਾਰਾਂ ਦੀ ਟ੍ਰੀਟਮੈਂਟ ਸੇਮ ਸੀ ਬੇਟੇ ਇਧਰ ਜਿਹੜੇ ਤਿੰਨੇ ਆ ਨਾ ਤਿੰਨੇ ਟ੍ਰੀਟਮੈਂਟ ਕੀ ਹੈ ਸੇਮ ਹੈ 1 2 3 ਤਿੰਨਾਂ ਦੀ ਸੇਮ ਟ੍ਰੀਟਮੈਂਟ ਤਿੰਨਾਂ ਦੀ ਸੇਮ ਟ੍ਰੀਟਮੈਂਟ ਕੋਈ ਫਰਕ ਨਹੀਂ ਤਿੰਨਾਂ ਦੀ ਟ੍ਰੀਟਮੈਂਟ ਸੇਮ ਕੀ ਹੈ ਮੈਂ ਉਹ ਦੱਸ ਦਿੰਦਾ ਮੈਨੂੰ ਇੱਕ ਗੱਲ ਦੱਸੋ ਕਿ ਜਿਹੜੇ ਲਾਇਬਿਲਿਟੀ ਸਾਈਡ ਵਾਲੇ ਰਿਜ਼ਰਵ ਸੀ ਇਹਨਾਂ ਨੇ ਡੈਬਿਟ ਕੀਤਾ ਸੀ ਕਿ ਕ੍ਰੈਡਿਟ ਕੀਤਾ ਸੀ ਸਰ ਡੈਬਿਟ ਕੀਤਾ ਸੀਗਾ ਬੇਟੇ ਫਿਰ ਐਸੈਟ ਸਾਈਡ ਵਾਲੇ ਰਿਜ਼ਰਵ ਨੂੰ ਕੀ ਕਰਾਂਗੇ ਕ੍ਰੈਡਿਟ ਕਰਾਂਗੇ ਹੁਣ ਜਿਹੜੀ ਐਂਟਰੀ ਪਾਸ ਹੋਊਗੀ ਉਹ ਕੀ ਪਾਸ ਹੋਗੀ 올ਡ ਪਾਰਟਨਰ ਜਿਹੜੇ ਵੀ ਹੋਣਗੇ 올ਡ ਪਾਰਟਨਰ ਅਕਾਊਂਟ ਡੈਬਿਟ 2 ਕਿਹੜੇ ਕਿਹੜੇ ਰਿਜ਼ਰਵਸ ਆ ਬੇਟੇ ਤਿੰਨੇ ਜੇ ਰਿਜ਼ਰਵ ਹੋਣਗੇ ਤਾਂ ਉਹਨਾਂ ਦੇ ਨੇਮ ਪੈ ਕੇ ਲਿਖੇ ਆਣਗੇ P&L ਅਕਾਊਂਟ ਐਡਵਰਟਾਈਜ਼ਮੈਂਟ ਸਸਪੈਂਸ last is deferred revenue expenditure ठीक है ਕਿਹੜੇ ਪਾਰਟਨਰਸ ਨੂੰ 올ਡ ਪਾਰਟਨਰਸ ਨੂੰ ਕਿਹੜੀ ਰੇਸ਼ੀਓ ਦੇ ਵਿੱਚ ਸਰ 올ਡ ਰੇਸ਼ੀਓ ਸਮਝ ਲੱਗ ਗਿਆ ਬੇਟੇ ਉਹ ਸਾਰੇ ਡੈਬਿਟ ਹੋਣੇ ਸੀ ਇਹ ਸਾਰੇ ਕੀ ਹੋਣੇ ਆ ਕ੍ਰੈਡਿਟ ਹੋਣੇ ਵੌਇਸ ਕਲੀਅਰ ਹੈ ਆ ਰਿਜ਼ਰਵ ਦੀ ਟ੍ਰੀਟਮੈਂਟ ਸਮਝ ਲੱਗੀ 4 ਤੇ 7 ਦੀ 4 ਤੇ 7 ਰਿਜ਼ਰਵਸ ਹੈ 7 ਰਿਜ਼ਰਵ ਦੀ ਟ੍ਰੀਟਮੈਂਟ ਸਮਝ ਲੱਗ ਗਈ ਵੌਇਸ ਜੇ ਕਿਸੇ ਨੂੰ ਡਾਊਟ ਆਪਣੇ ਆਡੀਓ ਔਨ ਕਰ ਲਓ ਬੇਟੇ ਪੁੱਛ ਲਓ बट जल्दी जी समझ लग गया हैंड रेस कर दो हाँ सर जी दोबारा केड़े वाला आहा हाँ ਜਿਹੜੇ ਇਧਰਲੇ ਰਿਜ਼ਰਵ ਹੈ ਨਾ ਪਹਿਲੇ ਤਾਂ ਇਧਰਲੇ ਰਿਜ਼ਰਵ ਦੀ ਟ੍ਰੀਟਮੈਂਟ ਕਰਨ ਤੋਂ ਪਹਿਲੇ ਇਧਰਲੇ ਰਿਜ਼ਰਵ ਦੀ ਟ੍ਰੀਟਮੈਂਟ ਯਾਦ ਹੋਣੀ ਚਾਹੀਦੀ ਹੈ ਜਿਹੜੇ ਲਾਇਬਿਲਿਟੀ ਸਾਈਡ ਵਾਲੇ ਰਿਜ਼ਰਵ ਹੁੰਦੇ ਆ ਇਹ ਡੈਬਿਟ ਹੋ ਕੇ ਟੂ 올ਡ ਪਾਰਟਨਰਸ ਜਾਂਦੇ ਆ ਜਿਹੜੇ ਐਸੈਟ ਸਾਈਡ ਵਾਲੇ ਰਿਜ਼ਰਵ ਹੁੰਦੇ ਆ ਬੇਟੇ 올ਡ ਪਾਰਟਨਰਸ ਡੈਬਿਟ ਹੋ ਕੇ ਟੂ ਰਿਜ਼ਰਵਸ ਹੁੰਦੇ ਆ ਹੁਣ ਚੈੱਕ ਕਰ ਕਿ ਜਿਹੜੇ ਇਧਰਲੇ ਰਿਜ਼ਰਵ ਸੀ ਉਹਦੀ ਐਂਟਰੀ ਮੈਂ ਕੀ ਪਾਸ ਕੀਤੀ ਸੀ ਲਾਸਟ ਐਂਟਰੀ ਮੈਂ ਲਿਖਿਆ ਜਨਰਲ ਰਿਜ਼ਰਵ ਅਕਾਊਂਟ ਡੈਬਿਟ 2A to B ਠੀਕ ਸੀ ਨਾ ਹੁਣ ਜਿਹੜੇ ਇਧਰਲੇ ਰਿਜ਼ਰਵ ਆ ਬੇਟੇ ਇਹਦੇ ਵਿੱਚ ਕੀ ਕਰਾਂਗੇ ਆਪਾਂ ਕਿੰਨਾ ਫਰਕ ਆਇਆ ਜਨਰਲ ਰਿਜ਼ਰਵ 2A to B ਲਾਇਬਿਲਿਟੀ ਵਾਲੇ ਰਿਜ਼ਰਵ ਇਦਾਂ ਹੁੰਦੇ ਆ ਜਿਹੜੇ ਐਸੈਟ ਵਾਲੇ ਰਿਜ਼ਰਵ ਹੈ ਉਹ ਕਿਵੇਂ ਹੁੰਦੇ ਆ A B 2 ਜਿਵੇਂ ਆਪਾਂ ਐਡਵਰਟਾਈਜ਼ਮੈਂਟ ਸਸਪੈਂਸ ਲਿਖ ਲਓ ਆ ਚੀਜ਼ ਜਿਹੜੇ ਲਾਇਬਿਲਿਟੀ ਸਾਈਡ ਵਾਲੇ ਰਿਜ਼ਰਵ ਆ ਉਹ ਡੈਬਿਟ ਹੁੰਦੇ ਆ ਜਿਹੜੇ ਐਸੈਟ ਸਾਈਡ ਵਾਲੇ ਰਿਜ਼ਰਵ ਆ ਉਹ ਕ੍ਰੈਡਿਟ ਹੁੰਦੇ ਆ ਸਿਰਫ ਇੰਨਾ ਕੁ ਫਰਕ ਹੈ ਹੋਰ ਕੋਈ ਫਰਕ ਨਹੀਂ ਪੂਰੇ ਟੌਪਿਕ समझ लग गया दिलजीत हुन क्लियर है दिलजीत सीगा कि दिलप्रीत सीगा हाँ जी क्लियर है ओके किसी ने होर कोई डाउट है तो पूछ लो बेटे क्लियर है ओके मैं ना दो रिजर्व छड़ रहा बेटे केड़े-केड़े रिजर्व छड़ रहा एक छड़ रहा वर्कमैन कंपोजिशन रिजर्व एक छड़ रहा इन्वेस्टमेंट फ्लक्चुएशन रिजर्व ये थोड़ा होमवर्क है ये मैं पहले करवा चुकी हूं ना दोनों रिजर्व्स
ਆਪਾਂ ਜੀ ਫੁੱਲ ਟ੍ਰੀਟਮੈਂਟ ਕੀਤੀ ਹੈ। ਆਪਾਂ 2 ਲੈਕਚਰ ਲਗਾਏ ਸੀ ਪੂਰੇ, ਇੱਕ ਲਗਾਇਆ ਸੀ ਵਰਕਮੈਨ ਕੰਪੋਜੀਸ਼ਨ ਰਿਜ਼ਰਵ ਤੇ ਇੱਕ ਲਗਾਇਆ ਸੀ ਇਨਵੈਸਟਮੈਂਟ ਫਲਕਚੁਏਸ਼ਨ ਰਿਜ਼ਰਵ ਤੇ। ਇਹਨਾਂ ਦੋਨਾਂ ਦੀ ਵੀਡੀਓ ਦਾ ਲਿੰਕ ਮੈਂ ਤੁਹਾਨੂੰ ਸੈਂਡ ਕਰ ਦੂੰਗਾ, ਇਹ ਤੁਹਾਡੇ ਕੋਲ ਹੋਊਗਾ ਵੀ, ਠੀਕ ਹੈ। ਨਹੀਂ ਤਾਂ YouTube ਤੇ ਜਾ ਕੇ ਚੈੱਕ ਕਰ ਲਿਓ, YouTube ਤੇ ਮੇਰੇ ਪੇਜ ਤੇ ਪਏ ਆ, ਠੀਕ ਹੈ, ਦੋਨੇ ਵੀਡੀਓਜ਼। ਆ ਦੋਨੇ ਟ੍ਰੀਟਮੈਂਟ ਸੇਮ ਹੈ, ਜੋ ਮੈਂ ਉਹ ਚ ਕਰਵਾਈ ਹੈ ਉਹੀ ਇਹ ਚ ਕਰਨੀ ਹੈ, ਡਿਟੋ ਸੇਮ ਹੈ, ਸਾਰੇ ਚੈਪਟਰ ਸੇਮ ਚੱਲੂਗੀ। ਇਹ ਤੁਸੀਂ ਦੇਖ ਲਿਓ, ਠੀਕ ਹੈ। ਉਹਦੇ ਵਿੱਚੋਂ ਹੁਣ ਆਪਾਂ ਇੱਕ ਇੱਕ ਕਰਕੇ 1-2 ਕੁਐਸਚਨ ਸੋਲਵ ਕਰ ਲੈਂਦੇ ਹਾਂ, ਠੀਕ ਹੈ, ਅੱਜ ਲਈ। ਇੱਥੇ ਤੱਕ ਦੱਸੋ ਕਿਸੇ ਨੂੰ ਕੋਈ ਡਾਊਟ ਹੈ? ਆ ਦੋਨੇ ਰਿਜ਼ਰਵ ਦੀ ਟ੍ਰੀਟਮੈਂਟ ਆਪਾਂ ਕੱਲ ਹੀ ਕਰਾਂਗੇ, ਕਹਿੰਦਾ ਮਤਲਬ ਕੱਲ ਹੀ ਇਹਦੇ ਕੁਐਸਚਨ ਪੁੱਛੂੰਗਾ, ਅੱਜ ਨਹੀਂ ਇਹਦੇ ਪੁੱਛਦਾ। ਜਿਹੜੇ ਬਾਕੀ ਰਿਜ਼ਰਵ ਦਾ 7 ਰਿਜ਼ਰਵ ਹੈ ਬੇਟੇ, ਇਹ ਸਮਝ ਲੱਗ ਗਏ? ਉਹਦੇ ਵਿੱਚ ਦੱਸ ਦਿਓ ਜੇ ਕਿਸੇ ਨੂੰ ਕੋਈ ਡਾਊਟ ਹੈ, ਕੋਈ ਛੋਟਾ ਮੋਟਾ ਡਾਊਟ ਹੈ ਤਾਂ ਉਹ ਮੈਨੂੰ ਪੁੱਛ ਲਓ। ਆ 7 ਰਿਜ਼ਰਵ ਦੇ ਵਿੱਚ ਦਿਲਜੀਤ, ਦਿਲਪ੍ਰੀਤ, ਪ੍ਰਤਾਪ, ਕੋਈ ਵੀ ਡਾਊਟ ਹੈ ਤਾਂ ਮੈਨੂੰ ਪੁੱਛ ਲਓ ਬੇਟਾ ਜਲਦੀ। ਜੇ ਕੋਈ ਡਾਊਟ ਨਹੀਂ ਹੈਗਾ ਤਾਂ ਹੈਂਡ ਰੇਜ਼ ਕਰ ਦਿਓ, ਫਿਰ ਮੈਨੂੰ ਪਤਾ ਲੱਗੇ ਕਿ ਹਾਂਜੀ ਕਲੀਅਰ ਹੈ, ਆਲ ਕਲੀਅਰ ਹੈ। ओके चलो ठीक है, फिर मैं ना क्वेश्चन एक फ्रेम करना, आप एक क्वेश्चन है, मैं एक एक क्वेश्चन करके आप एंट्री पास करके देख लेने, समझ लग जाएगी हाँ जी की करना है ना, ठीक। फॉर एग्जांपल बेटे x से y 2 पार्टनर है, x से y 2 पार्टनर है, ठीक है। उन्होंने दी ओल्ड रेशियो इज 3:2, ठीक है, ये ओल्ड रेशियो है। एंड न्यू रेशियो उन्होंने डिसाइड की है 5:3, ठीक है, ओके। एंड आ डेट नू बैलेंस शीट दे विच की कोई सीगा, बैलेंस शीट दे विच इधरली साइड लिखा हुआ सी बेटे जनरल रिजर्व 40,000 एंड इधरली साइड ते लिखा हुआ सी प्रॉफिट एंड लॉस दा डेबिट बैलेंस 10,000, ठीक है। दिस इज योर क्वेश्चन। अपना रिजर्व की एंट्री पास करनी है, बॉयज एंट्री जी खुद पास करनी है, ठीक है। जिसकी एंट्री पास होगी एक एक करके मैं पूछ रहा, ठीक है। थोड़े को टाइम थोड़ा शुरू हो गया, ठीक है। एंट्री पास करो यदि जनरल रिजर्व दी एंड P&L दी। जनरल रिजर्व कितनी साइड लिखा हुआ, लायबिलिटी साइड लिखा हुआ, रूल्स के अकॉर्डिंग चलो, जो पहले समझाया उम्मीद ही करना। जनरल रिजर्व में की करांगे, डेबिट करांगे, क्रेडिट करांगे, वो देख लियो। फिर 2 की करते हैं, 2 ओल्ड पार्टनर्स करते हैं। ओल्ड पार्टनर्स केड़े है, सिलेक्शन वाई है ओल्ड पार्टनर्स। ओल्ड रेशियो दे विच करना, ओल्ड रेशियो केड़ी है 3:2 है। डिवाइड करो एंड एक एंट्री पास करके मैंने पहली एंट्री दसो, फिर दूसरी एंट्री पास करके वो दसो। हाँ वो पाउंड वाली अगला आपने आप खरीदूगा है ना भी, फिर तुसी ऐसा करदे भी तुसी जेड़े दिन ਤੁਹਾਨੂੰ ਜਦੋਂ ਟਾਈਮ ਸੀਗਾ ओके। दिलप्रीत होगी एंट्री? ऑडियो अनम्यूट कर ला दिलप्रीत, एंट्री होगी तो एंट्री पहली पास करवा दो। हो ही नहीं सारा ही हुई नहीं। बॉयज किसी की हो रही है एंट्री पास होगी? दलजीत होगी, करण, जनरल यार को ओल्ड पार्टनर घर ये था जनरल टू ओल्ड पार्टनर का होगा, बट ओल्ड पार्टनर नहीं ना लिखना, ओल्ड पार्टनर से नाम गिवन है एक्स से वाई। मतलब एक का 24,000 आज लगा एक का 24 आ जाऊगा, एक का 16 आ जाऊगा, अमाउंट तो सही है, बट एंट्री दस दे की है, प्रॉपर एंट्री चाहिए है। की डेबिट करा, की क्रेडिट करा, ये चीज दसो। कहाँ है कि सुरक्षा कारणों की वजह से किसी सामान का इस्तेमाल नहीं किया जाए। बॉयज किसी ने एंट्री पास की थी? जनरल रिजर्व में डेबिट है,
एक मिनट, जनरल रिजर्व डेबिट, रुक जा करण, जनरल रिजर्व अकाउंट डेबिट 40,000 40,000, ओके। ਤੇ 2x कैपिटल अकाउंट 2x कैपिटल अकाउंट 24,000 24,000, 2y कैपिटल अकाउंट 16,000 2y कैपिटल अकाउंट 16,000 16,000। ठीक है, वॉइस क्लियर है सारे ਨੂੰ? सही एंट्री है बेटे, बिल्कुल सही एंट्री है। ठीक है, आता होगी जनरल रिजर्व दी एंट्री बेटे, P&L दी एंट्री। बॉयज किसी ने एंट्री पास की थी? प्रताप एंट्री पास कर ली होगी। x कैपिटल 6,000 एक्स कैपिटल 6,000 कितना? 6,000। 6,000 ठीक है 6,000, ओके। y कैपिटल 4,000 वाई कैपिटल, ईयर प्रॉपर बोल, वाई कैपिटल अकाउंट डेबिट 4,000, अगेन 2 P&L अकाउंट 2 P&L, 2 P&L अकाउंट के प्रॉफिट एंड लॉस अकाउंट। प्रॉफिट एंड लॉस अकाउंट। एक चीज हमेशा याद रखे, ਜਿਹੜੀ वर्डिंग ਇੱਥੇ लिखी हुई वर्डिंग ਇੱਥੇ होनी चाहिए। हाँ ओके, क्लियर हो गया सारे ਨੂੰ? सही एंट्री है, बिल्कुल एक्यूरेट है। बॉयज किसी ने कोई डाउट है ਇਹਦੇ ਵਿੱਚ? प्रताप, दीपिंदर, बलजिंदर, किसी ने कोई डाउट है? ओके ठीक है, प्रताप समझ लगी देने। नेक्स्ट एक और क्वेश्चन, खुद एंट्री पास करके दो मैनू। ओए केड़ा टीवी लाई बैठा? ओके बेटे, एक्स एंड वाई पार्टनर सीगे 4:1 ਲਈ, ਉਹਨਾਂ ਨੇ डिसाइड ਕੀਤਾ 1:1। जनरल रिजर्व बेटे 20,000 रुपए सीगा, एडवर्टाइजमेंट सस्पेंस भी सीगा, एंड कैपिटल रिजर्व भी सीगा। पंद्रह, 3,000 एंड 8,000। ठीक है, सो बॉयज दिस इज योर नेक्स्ट क्वेश्चन। आ क्वेश्चन सॉल्व करके दी एंट्रियां पास कर दो। की कुछ गिवन है सर, एक्स एंड वाई दो पार्टनर्स है, ओल्ड रेशियो गिवन है, ओल्ड रेशियो इज 4:1, न्यू रेशियो ने डिसाइड की है 1:1। बैलेंस शीट दे विच की गिवन है, बैलेंस शीट दे विच जनरल रिजर्व गिवन है, कैपिटल रिजर्व गिवन है, P&L दा डेबिट बैलेंस गिवन है, एडवर्टाइजमेंट सस्पेंस गिवन है। वैल्यूज आसन है कितनी कितनी है? जनरल रिजर्व 20,000 है, कैपिटल रिजर्व 15,000 है, P&L 3,000 है, एडवर्टाइजमेंट सस्पेंस 8,000 है। ठीक है, बहुत एंट्रीज पास करो, एंड एंट्रीज पास करके जिस एंट्री पास होगी मैं दसो। अच्छा बलजिंदर होगी एंट्री? दीपेंद्र होगी एंट्री? ਉਹ ਸਰ ਪਤਾ ਤਾਂ ਹੀ ਕਿਵੇਂ ਜੇ ਕਰਦੇ ਆ, ਮੜੀ ਜੀ ਦੱਸ ਦੋ। किमें करते दस देना, एक मिनट किसी आंसर आ जाते फिर एक्सप्लेन कर देंगे। प्रताप होगी, दिलप्रीत होगी, हाँ दिलप्रीत करिए ना। प्रताप होगी, जनरल रिजर्व अकाउंट ही 16,000 जनरल रिजर्व कितना? 20,000 ही 20,000, ठीक है। 2x कैपिटल अकाउंट 16,000। 16,000 रुक जा, एंट्री पास कर लिया ना, मतलब लिखा थे जनरल रिजर्व 20,000, 2x कैपिटल कितनी? 16,000। अच्छा 2y कैपिटल 4,000। सही है एंट्री, ओके पहली होगी।
दूसरी अच्छा ਹੁਣ ਤੁਹਾਨੂੰ ਤੂੰ ਸਮਝ ਲਾ ਉਹਨੇ ਜਿੰਨਾ ਟਾਈਮ ਸੈਕਿੰਡ ਐਂਟਰੀ ਆਉਂਦੀ ਹੈ ਜਿਹੜੇ ਇਧਰਲੇ ਰਿਜ਼ਰਵਸ ਹੁੰਦੇ ਬੇਟੇ ਉਹ ਡੈਬਿਟ ਹੁੰਦੇ ਆ ਜਿਵੇਂ ਜਨਰਲ ਰਿਜ਼ਰਵ ਹੈ ਜਨਰਲ ਰਿਜ਼ਰਵ ਡੈਬਿਟ ਹੋ ਗਿਆ ਕੈਪੀਟਲ ਰਿਜ਼ਰਵ ਹੋਊਗਾ ਕੈਪੀਟਲ ਰਿਜ਼ਰਵ ਵੀ ਡੈਬਿਟ ਹੋਊਗਾ ਠੀਕ ਹੈ ਜਨਰਲ ਰਿਜ਼ਰਵ ਡੈਬਿਟ ਹੋ ਗਿਆ ਕਿੰਨੀ ਅਮਾਉਂਟ ਸੀ 20000 ਕੈਪੀਟਲ ਰਿਜ਼ਰਵ ਲਿਖ ਦਿੱਤਾ 15000 ਠੀਕ ਹੈ ਜਿਹੜਾ ਆਹ 20000 ਹੈ ਜਾਂ 15000 ਇਹ ਕਾਹ ਚ ਡਿਵਾਈਡ ਕਰਨਾ ਬੇਟੇ ਇਹ 올ਡ ਪਾਰਟਨਰਸ ਦੇ ਵਿੱਚ 올ਡ ਰੇਸ਼ੀਓ ਚ ਡਿਵਾਈਡ ਕਰਦੇ 올ਡ ਪਾਰਟਨਰਸ ਕਿਹੜੇ ਕਿਹੜੇ x ਤੇ y 2x ਕੈਪੀਟਲ ਟੂ y ਕੈਪੀਟਲ x ਕੈਪੀਟਲ ਦੀ ਅਮਾਉਂਟ ਕਿੱਥੋਂ ਆਈ ਹੈ x ਕੈਪੀਟਲ ਦੀ ਅਮਾਉਂਟ ਆਈ ਹੈ 20000 ਨੂੰ 4:1 ਚ ਡਿਵਾਈਡ ਕਰ ਕਿਵੇਂ ਆਈ ਹੈ ਸਰ ਉਹ ਵੀ ਦੱਸ ਦੋ 20000 ਸੀਗਾ 20000 ਮਲਟੀਪਲਾਈ ਬਾਈ 4 ਡਿਵਾਈਡ ਬਾਈ 5 ਕਿਉਂਕਿ 4 + 1 5 ਇਹ ਆ ਗਈ ਪਹਿਲੇ ਦੀ 20000 ਮਲਟੀਪਲਾਈ ਬਾਈ 1/5 ਆ ਗਈ 16000 ਬੇਟੇ ਆ ਗਈ 4000 ਇਦਾਂ ਕਰਕੇ ਅਮਾਉਂਟ ਆਈ ਹੈ और x ਦੀ ਅਮਾਉਂਟ ਸੀ या y ਦੀ ਅਮਾਉਂਟ ਠੀਕ ਹੈ ਓਕੇ ਨੈਕਸਟ कैपिटल रिजर्व डेबिट कैपिटल रिजर्व डेबिट ठीक है बेटे 1 मिनट हो गया कैपिटल 15,000 रिजर्व डेबिट कितना का 15000 2x कैपिटल अकाउंट 2x कैपिटल अकाउंट कितना 12000 12 एंड 2y कैपिटल कितना 3000 ठीक है ओके इधर ये दो रह गई ये भी किमें आया दीपेंद्र में आया देख मतलब क्या है ना कि इधरली रिजर्व डेबिट होंगे कैपिटल रिजर्व ਨੂੰ ਡੈਬਿਟ ਕਰਤਾ ਅਮਾਉਂਟ ਕਿੰਨੀ ਹੈ 15000 ਲਿਖਤੀ ਕਿਹਦੇ ਚ ਵੰਡਣਾ 올ਡ ਪਾਰਟਨਰਸ x ਤੇ y 2x to y ਕਿਹੜੀ ਰੇਸ਼ੋ 4:1 15000 ਨੂੰ 4/5 12000 ਹੋ ਗਿਆ 15000 ਦਾ 1/5 3000 ਇੱਥੋਂ ਆਈਆਂ ਵੈਲਿਊਜ਼ ਠੀਕ ਹੈ What is third entry? Current third होगी बलजिंदर x कैपिटल अकाउंट ही X कैपिटल अकाउंट डेबिट लिखा 2400 X कैपिटल अकाउंट डेबिट 2400 रुक जा अच्छा आगे y Y कैपिटल कैपिटल अकाउंट अकाउंट डेबिट 600 1600 600 600 6/24 हाँ ठीक है 600 टू प्रॉफिट एंड लॉस अकाउंट करना टू प्रॉफिट एंड लॉस अकाउंट सही है जो नेम ऊपर लिखे वही बेटे चले लिखना इन्हीं गल का ध्यान रख लो पी एंड एल ना लिखियो बस 3000 चलो अभी हो गया बेटे लास्ट एंट्री फोर्थ एंट्री मोहन दसूगा लास्ट एंट्री जल्दी दे दें ਸਾਰਾ ਤੀਜੀ ਕਿਵੇਂ ਆ ਜੀ ਤੀਜੀ ਕਿਵੇਂ ਆਈ ਆ ਤੋਨੀ ਜਿਹੜੀ ਇਧਰਲੀਆਂ ਹੁੰਦੀਆਂ ਉਹ ਡੈਬਿਟ ਹੁੰਦੀਆਂ ਇਧਰਲੀ ਫਿਰ ਕੀ ਹੋਊਗੀ ਕ੍ਰੈਡਿਟ ਹੋਊਗੀ ਇਧਰਲੀ ਚੀਜ਼ ਆਪਾਂ ਪਹਿਲਾਂ ਡੈਬਿਟ ਕਰਦੇ ਸੀ ਜਨਰਲ ਰਿਜ਼ਰਵ ਅਕਾਊਂਟ ਡੈਬਿਟ ਕੈਪੀਟਲ ਰਿਜ਼ਰਵ ਅਕਾਊਂਟ ਡੈਬਿਟ ਇਧਰਲੀ ਚੀਜ਼ਾਂ ਨੂੰ ਕੀ ਕਰਾਂਗੇ 2 ਲਿਖ ਕੇ ਪਾਵਾਂਗੇ 2 P&L 2 ਐਡਵਰਟਾਈਜ਼ਮੈਂਟ ਸਸਪੈਂਸ ਠੀਕ ਹੈ ਇਹ ਜਿਹੜਾ ਜਨਰਲ ਰਿਜ਼ਰਵ ਸੀਗਾ ਜੇ ਉਹ ਡੈਬਿਟ ਹੁੰਦਾ ਤਾਂ ਕ੍ਰੈਡਿਟ ਕੀ ਕਰਦੇ ਸੀ 올ਡ ਪਾਰਟਨਰਸ 올ਡ ਰੇਸ਼ੋ ਜੇ ਉਹਨੂੰ ਆਪਾਂ ਕ੍ਰੈਡਿਟ ਕੀਤਾ ਤਾਂ ਡੈਬਿਟ ਕੀ ਕਰਾਂਗੇ 올ਡ ਪਾਰਟਨਰਸ 올ਡ ਰੇਸ਼ੋ ਆ ਜੀ मतलब कि जो इधर कर रहे हो तो बिल्कुल उल्टा करना हुई है ਹੁਣ ਜਿਵੇਂ ਲਾਸਟ ਐਂਟਰੀ ਹੈ ਕਿਹਨੇ ਕਰ ਲਈ x कैपिटल अकाउंट ही x कैपिटल अकाउंट डेबिट 6400 6400 y कैपिटल अकाउंट डेबिट 1600 1600 2 एडवर्टाइजमेंट सरप्लस सस्पेंस अकाउंट कितना
8000 ठीक ਓਕੇ ਮਤਲਬ ਕੀ ਕਹਿਣ ਦਾ ਮਤਲਬ ਸਰ ਕੰਮ ਇੰਨਾ ਕੀ ਹੈ ਬਸ ਆਹੀ ਕੰਮ ਹੈ ਬਈ ਇਹਦੇ ਵਿੱਚ ਹੈ ਕੀ ਹੈ ਮੈਂ ਦੱਸ ਦਿੰਦਾ ਜਿਹੜੇ ਲਾਇਬਿਲਿਟੀ ਸਾਈਡ ਵਾਲੇ ਰਿਜ਼ਰਵ ਹੈ ਬੇਟੇ ਇਹਨਾਂ ਨੂੰ ਡੈਬਿਟ ਕਰਨਾ ਜਿਹੜੇ ਐਸੈਟ ਸਾਈਡ ਵਾਲੇ ਰਿਜ਼ਰਵ ਹੈ ਇਹਨਾਂ ਨੂੰ ਕ੍ਰੈਡਿਟ ਕਰਨਾ ਪਹਿਲਾ ਪੁਆਇੰਟ ਦੂਜਾ ਪੁਆਇੰਟ ਸਰ ਜੇ ਇਹਨਾਂ ਨੂੰ ਡੈਬਿਟ ਕਰਨਾ ਤਾਂ ਕ੍ਰੈਡਿਟ ਕਿਹਨੂੰ ਕਰਨਾ ਇਹਦੀ ਐਂਟਰੀ ਵਿੱਚ ਬੇਟੇ ਇਹਦੀ ਐਂਟਰੀ ਵਿੱਚ ਕ੍ਰੈਡਿਟ ਕਰਨਾ 올ਡ ਪਾਰਟਨਰਸ ਨੂੰ ਕਿਹੜੀ ਰੇਸ਼ੋ ਡਿਵਾਈਡ ਕਰਨਾ ਸਰ 올ਡ ਰੇਸ਼ੋ ਬੇਟੇ ਜਿਹੜੇ ਇਧਰਲੀ ਸਾਈਡ ਵਾਲੇ ਰਿਜ਼ਰਵ ਹੈ ਜੇ ਸਰ ਇਹ ਕ੍ਰੈਡਿਟ ਕਰਨੇ ਤਾਂ ਡੈਬਿਟ ਕੀ ਕਰਨਾ ਸਰ ਡੈਬਿਟ ਕਰਾਂਗੇ 올ਡ ਪਾਰਟਨਰਸ ਨੂੰ ਕਿਹੜੀ ਰੇਸ਼ੋ ਡਿਵਾਈਡ ਕਰਨੀ ਹੈ ਅਮਾਉਂਟ ਸਰ 올ਡ ਰੇਸ਼ੋ ਕੰਮ ਉਹੀ ਹੈ 올ਡ ਪਾਰਟਨਰ 올ਡ ਰੇਸ਼ੋ ਬਸ ਇੰਨੀ ਗੱਲ ਹੈ ਇਧਰਲੇ ਪਾਸੇ ਵਾਲੀ ਚੀਜ਼ ਡੈਬਿਟ ਹੁੰਦੀ ਹੈ ਇਧਰਲੇ ਰਿਜ਼ਰਵਸ ਕ੍ਰੈਡਿਟ ਹੁੰਦੇ ਕਲੀਅਰ ਹੋ ਗਿਆ ਬॉयਜ਼ ਸਾਰਿਆਂ ਨੂੰ बॉयज क्लियर है सर कैपिटल रिजर्व जर्नल रिजर्व इकट्ठे नहीं लिखने अलग अलग लिखने यार देख मैं एक गल दसदा ਆਪਾਂ ਨਾ +1 ਚ ਇੱਕ ਐਂਟਰੀਜ਼ ਕੀਤੀਆਂ ਸੀਗਾ ਕੰਪਾਊਂਡ ਐਂਟਰੀ ਐਂਡ ਸਿੰਪਲ ਐਂਟਰੀ ਯਾਦ ਹੈ ਕੰਪਾਊਂਡ ਐਂਟਰੀ ਦਾ ਮਤਲਬ ਹੁੰਦਾ ਕਿ ਇੱਕ ਤੋਂ ਵੱਧ ਚੀਜ਼ ਡੈਬਿਟ ਹੋਣੀ ਇਕੱਠੀ ਸਿੰਪਲ ਐਂਟਰੀ ਦਾ ਮਤਲਬ ਕਿ ਇੱਕ ਹੀ ਡੈਬਿਟ ਹੋਣੀ ਇੱਕ ਹੀ ਕ੍ਰੈਡਿਟ ਹੋਣੀ ਜੇ ਤੂੰ ਚਾਹੇ ਤਾਂ ਇੱਕ ਕੰਮ ਕਰ ਸਕਦਾ ਮੈਂ ਦੱਸਾਂ ਸਾਰਿਆਂ ਨੂੰ ਬॉयਜ਼ ਧਿਆਨ ਨਾਲ ਦੇਖ ਲਈ ਮੈਂ ਕੀ ਕਹਿ ਰਿਹਾ ਜੋ ਕਰਨ ਨੇ ਕਿਹਾ ਮੈਂ ਉਹੀ ਕਰਨ ਲੱਗਿਆ ਹੋਰ ਕੁਝ ਨਹੀਂ ਕਰਦਾ ਜਿਵੇਂ ਦੇਖੋ ਜਿਵੇਂ ਦੋਨੇ ਰਿਜ਼ਰਵ ਹੈ ਮੈਨੂੰ ਪਤਾ ਕਿ ਇਹ ਦੋਨੇ ਰਿਜ਼ਰਵ ਦੀ ਸੇਮ ਟ੍ਰੀਟਮੈਂਟ ਹੈ ਮੈਂ ਕੀ ਕੀਤਾ ਮੈਂ ਲਿਖਿਆ ਜਨਰਲ ਰਿਜ਼ਰਵ ਅਕਾਊਂਟ ਡੈਬਿਟ ਕਿੰਨਾ 20000 कैपिटल रिजर्व अकाउंट डेबिट 15,000 2x कैपिटल अकाउंट 2y कैपिटल अकाउंट ਪਹਿਲਾਂ ਮੈਂ ਕੀ ਕੀਤਾ ਹੈਗਾ ਪਹਿਲਾਂ ਮੈਂ 20000 ਨੂੰ ਅੱਡ ਵੰਡਿਆ ਸੀਗਾ 15000 ਨੂੰ ਅੱਡ ਵੰਡਿਆ ਸੀਗਾ ਆਹੀ ਕੰਮ ਕੀਤਾ ਹੈਗਾ ਜੇ ਤੁਸੀਂ ਇਦਾਂ ਕਰਨਾ ਇਹਨਾਂ ਦਾ ਟੋਟਲ ਕਿੰਨਾ ਹੋ ਗਿਆ 35000 ਹੋ ਗਿਆ 35000 ਨੂੰ ਵੰਡ ਲਓ 35000 ਮਲਟੀਪਲਾਈ ਬਾਈ 4/5 28000 आ गया 35000 ਮਲਟੀਪਲਾਈ ਬਾਈ 1/5 ਕਿੰਨਾ ਆ ਗਿਆ 28000 ਆ ਗਿਆ ਤੇ 7000 ਆ ਗਿਆ ठीक है करण यही तेरा आया हुआ आंसर यस सर ठीक है यार इदा भी कर सकते हैं एंड उदा भी कर सकते हैं मैं प्रेफर करूंगा ਤੁਸੀਂ ਅਲੱਗ-ਅਲੱਗ ਕਰ ਲਓ ਉਹਦਾ ਰੀਜ਼ਨ ਦੱਸਦਾ ਕੀ ਹੈ ਜੇ ਤੁਹਾਡੀ ਤੁਸੀਂ ਇੱਕ ਐਂਟਰੀ ਪਾਸ ਕਰ ਰਹੇ ਹੋ ਸਾਰਿਆਂ ਵਾਸਤੇ ਤਾਂ ਤੁਹਾਡਾ ਕੀ ਹੋਊਗਾ ਜੇ ਐਂਟਰੀ ਗਲਤ ਹੋਗੀ ਤਾਂ ਕਿੰਨੇ ਨੰਬਰ ਮਿਲਣਗੇ 0 ਕਿਉਂਕਿ ਐਂਟਰੀ ਗਲਤ ਮਤਲਬ ਨੰਬਰ ਕੋਈ ਨਹੀਂ ਮਿਲਣਾ ਜੇ ਦੋ ਅਲੱਗ-ਅਲੱਗ ਐਂਟਰੀਆਂ ਪਾਸ ਕੀਤੀਆਂ ਹੋਣਗੀਆਂ ਤਾਂ ਕੀ ਹੋਊਗਾ ਕਿ ਜੇ ਉਹਦੇ ਵਿੱਚੋਂ ਇੱਕ ਐਂਟਰੀ ਸਹੀ ਹੈ ਤਾਂ ਉਹਦੇ ਤੇ ਨੰਬਰ ਮਿਲ ਜਾਣਗੇ ਸਮਝ ਲੱਗੀ ਜੇ ਆਪਾਂ ਇੱਕੋ ਐਂਟਰੀ ਦੇ ਵਿੱਚ ਮੰਨ ਲਓ ਕਿ ਤੁਸੀਂ ਸਭ ਕੁਝ ਸਹੀ ਕਰ ਰਹੇ ਹੋ ਇੱਥੇ ਕੈਲਕੂਲੇਸ਼ਨ ਕਰਦੇ ਵਿੱਚ 2200 ਲਿਖਤਾ ਇੱਥੇ ਲਿਖਤਾ ਤੁਸੀਂ ਬਾਕੀ ਬਚਾ 1300 ਕੈਲਕੂਲੇਸ਼ਨ ਮਿਸਟੇਕ ਹੀ ਹੋ ਸਕਦੀ ਹੈ ਜੇ ਕੈਲਕੂਲੇਸ਼ਨ ਮਿਸਟੇਕ ਆ ਐਂਟਰੀ ਵਿੱਚ ਹੋਗੀ ਤਾਂ ਬੇਟੇ ਪੂਰੀ ਐਂਟਰੀ ਤੇ ਕਾਟਾ ਵੱਜੂਗਾ ਕੋਈ ਨੰਬਰ ਨਹੀਂ ਮਿਲਦਾ ਐਂਡ ਜੇ ਤੁਸੀਂ ਦੋ ਅਲੱਗ-ਅਲੱਗ ਐਂਟਰੀਆਂ ਪਾਸ ਕਰ ਰਹੇ ਹੋ ਜੇ ਇੱਕ ਦੇ ਵਿੱਚ ਕੈਲਕੂਲੇਸ਼ਨ ਮਿਸਟੇਕ ਹੈ ਤਾਂ ਕੱਲੀ ਉਹ ਐਂਟਰੀ ਗਲਤ ਹੋਗੀ ਦੂਜੀ ਐਂਟਰੀ ਦੇ ਨੰਬਰ ਮਿਲ ਜਾਣਗੇ ਇਸ ਕਰਕੇ ਮੈਂ ਪ੍ਰੈਫਰ ਕਰਦਾ ਕਿ ਅਲੱਗ-ਅਲੱਗ ਐਂਟਰੀਜ਼ ਪਾਸ ਕਰੋ ਕੰਪਾਊਂਡ ਕਰਨੀ ਕੰਪਾਊਂਡ ਕਰ ਸਕਦੇ ਬਟ ਇੱਕ ਗੱਲ ਦਾ ਧਿਆਨ ਹੋਵੇ ਕਿ ਤੁਹਾਨੂੰ ਆਪਣੇ ਆਪ ਤੇ ਇੰਨਾ ਕੌਨਫੀਡੈਂਸ ਹੋਵੇ ਕਿ ਹਾਂ ਵੀ ਗਲਤੀ ਨਹੀਂ ਹੁੰਦੀ ਕੁਝ ਵੀ ਹੋ ਜਾਏ ਗਲਤੀ ਹੋ ਨਹੀਂ ਸਕਦੀ ਕਲੀਅਰ ਹੋ ਗਿਆ ਬॉयਜ਼ ਸਾਰਾ ਹਾਂ ਪਰ ਜਿਹੜੀ ਇਹਦਾ ਨਹੀਂ ਕੰਮ ਜਿਹਾ ਹੁੰਦਾ ਕਿਵੇਂ ਕਿਵੇਂ ਜਿਹੜੀ ਐਨਆਰ ਲਿਖੀ ਹੋਈ ਆ ਇੱਕ ਕੋਲਡ ਡਰਿੰਕ ਹੋਇਆ ਕੰਡੂਸ ਹੋਇਆ ਹਾਂ ਤੇਰੀ ਕੋਈ ਆਵਾਜ਼ ਨਹੀਂ ਆ ਰਹੀ ਉੱਪਰ ਸੋ ਉੱਪਰ ਕੀ ਆ ਲਿਖੀ ਹੋਈ ਯਾਰ SY 4:1 XY ਪਾਰਟਨਰਸ ਦੇ ਨਾਮ ਆ ਉਹ ਹਾਂ 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 ਉਹਦੇ ਥੱਲੇ ਯਾਰ ਲਿਖੀ ਨੀ ਗੀ 4:1 1:1 ਹਾਂ ਜੀ 1:1 ਆ ਗਈ ਉਹਦਾ ਕੋਈ ਕੰਮ ਨਹੀਂ ਹੈਗਾ ਯਾਰ 1:1 ਦਾ ਨਾ ਇਸ ਕੁਐਸਚਨ ਦੇ ਵਿੱਚ ਕੰਮ ਕਦੋਂ ਆਊਗਾ ਕੱਲੇ ਗੁੱਡਵਿਲ ਵੇਲੇ ਆਊਗਾ ਜਿਹਨੇ ਗੁੱਡਵਿਲ ਦਾ ਲੈਕਚਰ ਲਗਾਇਆ ਸੀਗਾ ਉਹਨੂੰ ਯਾਦ ਹੋਊਗਾ ਕਿ ਜਿਹੜੀ ਸਾਡੀ ਐਡਜਸਟਮੈਂਟ ਵਾਲੀ ਗੁੱਡਵਿਲ ਹੁੰਦੀ ਹੈ ਉਹ ਸੈਕਰੀਫਾਈਸਿੰਗ ਚ ਡਿਵਾਈਡ ਕਰਦੇ ਆਪਾਂ ਸੈਕਰੀਫਾਈਸਿੰਗ ਦਾ ਫਾਰਮੂਲਾ ਕੀ ਹੁੰਦਾ 올ਡ ਮਾਈਨਸ ਨਿਊ ਸੈਕਰੀਫਾਈਸਿੰਗ ਦਾ ਫਾਰਮੂਲਾ ਕੀ ਹੁੰਦਾ 올ਡ ਮਾਈਨਸ ਨਿਊ ਹੁਣ ਉਹਦੇ ਵਿੱਚ ਨਿਊ ਦੀ ਲੋਡ ਪਊਗੀ ਜਦੋਂ ਆਪਾਂ ਗੁੱਡਵਿਲ ਦੀ ਟ੍ਰੀਟਮੈਂਟ ਕਰਨੀ ਹੈ ਗੁੱਡਵਿਲ ਦੀ ਟ੍ਰੀਟਮੈਂਟ ਵੇਲੇ ਸਾਨੂੰ ਇਹਦਾ ਲੋਡ ਪਊਗੀ ਬਟ ਜਦੋਂ ਆਪਾਂ ਬੈਲੈਂਸ ਸ਼ੀਟ ਵਾਲੀ ਚੀਜ਼ਾਂ ਡਿਵਾਈਡ ਕਰਨੀਆਂ ਉਹਦੇ ਵਿੱਚ ਸਾਨੂੰ ਨਿਊ ਰੇਸ਼ੋ ਦਾ ਕੋਈ ਕੰਮ ਹੀ ਨਹੀਂ ਹੈਗਾ ਅਸੀਂ ਕਰਨਾ ਸੀ ਡਾਇਰੈਕਟਲੀ ਕੀ ਕਰਨਾ 올ਡ ਰੇਸ਼ੋ ਵਿੱਚ ਡਿਵਾਈਡ ਕਰਨਾ ਠੀਕ ਹੈ ਦੀਪਿੰਦਰ ਕਲੀਅਰ ਹੋ ਗਿਆ ਹੁਣ ਉਹ ਪੁਆਇੰਟ ਸਰ ਇਹਦਾ ਕੀ ਕਰਨਾ ਹੋਰ ਕਿਸੇ ਨੂੰ ਬॉयਜ਼ ਕੋਈ ਵੀ ਡਾਊਟ ਹੈ ਤਾਂ ਪੁੱਛ ਲਓ ਕਿਸੇ ਨੂੰ ਕੋਈ ਡਾਊਟ ਹੈ अच्छा जी क्लियर हो गया था हैंड रेज कर दो फिर सारे करण गगन तो भाई लाइक चला ही नहीं गगन ने दिलप्रीत जे क्लियर है तो हैंड रेज कर दो
Karan, clear topic? ਹੈਂਡ ਰੇਜ਼ ਸਰ ਕਿੱਥੋਂ ਆਉਂਦੇ ਜੀ ਆਪਣੇ ਤਾਂ ਰੇਜ਼ ਕੀ ਹੈਂਡ ਰੇਜ਼ ਕਿੱਥੋਂ ਆਉਂਦੇ ਜੀ ਇਹ 'ਚ? हैंड रेस कितों ਹੁੰਦੇ ਆ ਤੇਰੇ ਨਾ ਫੋਨ ਤੇ ਲਾਸਟ ਆਪਸ਼ਨ ਹੋਗਾ ਮੋੜ ਦਾ ਆਪਸ਼ਨ ਥੱਲੇ ਬਾਟਮ ਦੇ ਹਾਂਜੀ ਉੱਤੇ ਮੋੜ ਦੇ ਆਪਸ਼ਨ ਹਾਂਜੀ ਕਲਿੱਕ ਕਰ ਹਾਂਜੀ ਉੱਪਰ ਨਾ ਦੋ ਇੱਕ ਥੰਬਸ ਅਪ ਦਾ ਹੁੰਦਾ ਇੱਕ ਹੈਂਡ ਰੇਸ ਦਾ ਹੁੰਦਾ ਗਾ ਦੋਨਾਂ ਚ ਕੋਈ ਵੀ ਕਰਤਾ ਪ੍ਰੈਸ ਜੀ। ਕਰ ਦੇ ਹਾਂ ठीक है ओके बॉयज क्लियर हो गया टॉपिक स्वायदा ओके आज लेक्चर खत्म थैंक यू